ਲਖੀਮਪੁਰ ਖੀਰੀ ਦੇ ਵਿੱਚ ਉਸੇ ਘਟਨਾ ਵਾਲੀ ਜਗ੍ਹਾ ਤੇ ਅਸੀਂ ਮੌਜੂਦ ਹਾਂ। ਪਿੱਛੇ ਘਟਨਾ ਦੀਆਂ ਗਵਾਹ ਜਿਹੜੀਆਂ ਚੀਜ਼ਾਂ ਨੇ, ਇੱਕ ਥਾਰ ਜੀਪ ਹੈ ਔਰ ਬਾਕੀ ਸਭ ਕੁਝ ਖਿਲਰਿਆ ਪਿਆ ਜਿਹਦੇ ਵਿੱਚ ਉਹ ਸ਼ਾਇਦ ਪੁਲਿਸ ਪ੍ਰਸ਼ਾਸਨ ਵੀ ਏਡੀਐਮ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਵੀ ਬੜੀ ਮੁਸ਼ਕਿਲ ਦੌੜ ਕੇ ਬਚੇ ਨੇ, ਲੇਕਿਨ ਅਗਲੇ ਪਾਸੇ ਕਿਸਾਨ ਸੀ, ਇਹਨਾਂ ਦੀ ਗੱਡੀਆਂ ਦਰੜਦੀਆਂ ਹੋਈਆਂ ਆਈਆਂ। ਇਹ ਉਹੀ ਜੀਪ ਹੈ ਜਿਸ ਦੇ ਥੱਲੇ ਦੇਖ ਕੇ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਦੜਦੇ ਹੋਣ ਦੇ ਨਾਲ ਸਾਡੇ ਕਿਸਾਨ ਦੋ ਮੌਕੇ ਤੇ ਖਤਮ ਹੋ ਗਏ, ਦੋ ਥੋੜੇ ਬਹੁਤੀ ਸਾਹ ਚੱਲਦੀ ਸੀ, ਜ਼ਿਲ੍ਹੇ ਹਸਪਤਾਲ ਭੇਜਿਆ, ਉੱਥੇ ਜਾ ਕੇ ਉਹਨਾਂ ਨੇ ਆਪਣੇ ਪ੍ਰਾਣ ਦੇ ਦਿੱਤੇ। ਇਹ ਫੋਰਚੂਨਰ ਗੱਡੀ ਵੀ ਥਾਰ ਦੇ ਪਿੱਛੇ ਜਿਹੜੀ ਗੱਡੀ ਸੀ ਉਹ ਇਹ ਫੋਰਚੂਨਰ ਗੱਡੀ ਆ ਜਿਹੜੀ ਇੱਥੇ ਪਲਟੀ ਆ, ਬਾਅਦ ਵਿੱਚ ਅੱਗ ਲਾ ਦਿੱਤੀ ਗਈ ਇਸ ਨੂੰ, ਕਿਉਂਕਿ ਫਾਇਰਿੰਗ ਉਹਨਾਂ ਦਾ ਬੇਟਾ ਇਸੇ ਰਸਤਾ ਤੁਸੀਂ ਦੇਖ ਰਹੇ ਜੇ ਨਾ ਜੀ, ਇਹ ਰਾਸਤੇ ਥਾਣੀ ਉਹ ਦੌੜਦਾ ਹੋਇਆ ਫਾਇਰਿੰਗ ਕਰਦਾ ਹੋਇਆ ਨਿਕਲ ਗਿਆ ਇੱਥੋਂ। ਉਹ ਪੁਲਿਸ ਜਿਹੜੀ ਹੈਗੇ ਉਹ ਵੀ ਪ੍ਰੋਟੈਕਸ਼ਨ ਵਾਸਤੇ ਨਾਲ ਗਈ ਆ। ਜਿਹੜੇ ਉਹਨਾਂ ਦੇ ਬੰਦੇ ਮਰੇ ਨੇ ਉਹਨਾਂ ਦੀ ਇੱਕ ਕੁਛ ਤੇ ਉਹਦੀ ਗੋਲੀ ਦੇ ਨਾਲ, ਉਹਨੇ ਗੋਲੀ ਇੱਕ ਪੱਤਰਕਾਰ ਨੂੰ ਮਾਰੀ, ਬਾਕੀ ਗੱਡੀਆਂ ਜਿਹਨੂੰ ਪਲਟੀਆਂ ਨੇ ਗੱਡੀ ਦੇ ਥੱਲੇ ਆ ਕੇ ਉਹਨਾਂ ਨੇ। ਕਿਸਾਨ ਅੰਦੋਲਨ ਦਰਮਿਆਨ ਸਭ ਤੋਂ ਮਾੜੀ ਘਟਨਾ ਵਾਪਰੀ ਲਖੀਮਪੁਰ ਖੀਰੀ ਦੇ ਵਿੱਚ, ਉਸੇ ਘਟਨਾ ਵਾਲੀ ਜਗ੍ਹਾ ਤੇ ਅਸੀਂ ਮੌਜੂਦ ਹਾਂ। ਪਿੱਛੇ ਘਟਨਾ ਦੀਆਂ ਗਵਾਹ ਜਿਹੜੀਆਂ ਚੀਜ਼ਾਂ ਨੇ, ਇੱਕ ਥਾਰ ਜੀਪ ਹੈ ਔਰ ਬਾਕੀ ਸਭ ਕੁਝ ਖਿਲਰਿਆ ਪਿਆ ਇੱਥੇ, ਅਜੇ ਵੀ ਉਸੇ ਤਰ੍ਹਾਂ ਮੌਜੂਦ ਹੈ। ਕੱਪੜੇ ਪਏ ਨੇ, ਚੱਪਲਾਂ ਪਈਆਂ ਨੇ ਔਰ ਸਾਰੀਆਂ ਚੀਜ਼ਾਂ। ਇਹ ਥਾਰ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਮੌਜੂਦ ਸੀ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਮੁੰਡਾ, ਔਰ ਵੀਡੀਓ ਵੀ ਤੁਸੀਂ ਸਭ ਨੇ ਦੇਖਿਆ। ਇਹ ਉਹੀ ਸੀ ਗੱਡੀ ਜਿਸ ਨੂੰ ਬਾਅਦ ਅੱਗ ਲਾ ਦਿੱਤੀ ਜਾਂਦੀ ਹੈ, ਗੱਡੀ ਹੋਰ ਹੈ। ਔਰ ਘਟਨਾ ਵਾਲੀ ਥਾਂ ਤੇ ਜਿਹੜੇ ਲੋਕ ਮੌਜੂਦ ਸੀ, ਕਿਸਾਨ ਆਗੂ ਗੁਰਮੀਤ ਸਿੰਘ ਰੰਧਾਵਾ ਹੁਣੀ ਸਾਡੇ ਨਾਲ ਮੌਜੂਦ ਰਹਿਣਗੇ, ਹੋਰ ਵੀ ਕਿਸਾਨ ਸਾਡੇ ਨਾਲ ਮੌਜੂਦ ਰਹਿਣਗੇ। ਪਰ ਇੱਕ ਵਾਰ ਤੁਹਾਨੂੰ ਬਰੀਫ ਕਰ ਦਈਏ ਕਿ ਇਹ ਉਹੀ ਜੀਪ ਹੈ ਜਿਸ ਦੇ ਥੱਲੇ ਦੇਖ ਕੇ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਸ਼ਹਾਦਤ ਹੁੰਦੀ ਹੈ ਕਿਸਾਨਾਂ ਦੀ, ਫਿਰ ਪੂਰੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਬੀਜੇਪੀ ਦੀ ਕਿਰਕਰੀ ਹੁੰਦੀ ਹੈ ਉਹ ਸਭ ਨੇ ਦੇਖਿਆ। ਔਰ ਕਿਸਾਨ ਰੰਧਾਵਾ ਸਾਹਿਬ ਸਾਡੇ ਨਾਲ ਨੇ। ਰੰਧਾਵਾ ਸਾਹਿਬ, ਕਿਸ ਤਰ੍ਹਾਂ ਦੇਖਿਆ ਜਾਵੇ, ਬਹੁਤ ਮੰਦਭਾਗੀ ਘਟਨਾ, ਪੁਆਇੰਟ ਟੂ ਪੁਆਇੰਟ ਜ਼ਰੂਰ ਦੱਸਿਓ, ਹੋਇਆ ਕੀ ਕੁਝ ਸੀਗਾ ਉਸ ਸਮੇਂ, ਤੁਸੀਂ ਕਿੱਥੇ ਸੀ ਤੇ ਇਹ ਘਟਨਾ ਕਿੱਦਾਂ ਵਾਪਰੀ ਹੈ? ਜਿੱਦਾਂ ਉਹ ਤਾਂ ਵੀਡੀਓ ਸਭ ਨੇ ਦੇਖਿਆ ਕਿ ਇਹ ਜੀਪ ਸੀਗੀ ਔਰ ਇਸ ਜੀਪ ਦੇ ਥੱਲੇ ਦੇ ਕੇ ਦਿੱਤਾ ਗਿਆ ਕਿਸਾਨਾਂ ਨੂੰ, ਪੂਰੀ ਘਟਨਾ ਜ਼ਰੂਰ ਦੱਸਿਓ, ਮੌਕੇ ਦੀ ਕੀ ਕੁਝ ਹੋਇਆ ਸੀ ਉਦੋਂ? ਵੇਖੋ ਜੀ, ਮੈਂ ਪਹਿਲੀ ਗੱਲ ਆਪ ਜੀ ਦੇ ਦਰਸ਼ਕਾਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਇੱਥੇ 3 ਤਰੀਕ ਜਿਹੜਾ ਸਾਡਾ ਸੀ, ਸ਼ਾਂਤੀਪੂਰਨ ਤਰੀਕੇ ਨਾਲ ਸਾਡਾ ਪਹਿਲਾਂ ਤੋਂ ਇੱਕ ਅਲਾਉਂਸ ਸੀਗਾ ਕਿ ਕਾਲੇ ਝੰਡੇ ਸ਼ਾਂਤੀਪੂਰਨ ਤਰੀਕੇ ਨਾਲ ਵਿਖਾਏ ਜਾਣਗੇ। ਉਸੇ ਸ਼ਾਂਤੀਪੂਰਨ ਤਰੀਕੇ ਨੂੰ ਅਸੀਂ ਜਦੋਂ ਇਹਨਾਂ ਦਾ ਮੈਸੇਜ ਕਨਵੇ ਹੋ ਗਿਆ ਸਾਨੂੰ ਕਿ ਉਹ ਬਾਈ ਰੋਡ ਆ ਰਿਹਾ, ਹੈਲੀਕਾਪਟਰ ਨਹੀਂ ਆ ਰਿਹਾ, ਤੇ ਕਿਸਾਨ ਹੈਲੀਪੋਰਟ ਤੇ ਪਹੁੰਚ ਗਿਆ। ਉਸ ਸਭਾ ਸਥਲ ਤੇ ਅਸੀਂ ਆਪਣੇ ਆਰਾਮ ਨਾਲ ਸਭਾ ਕਰ ਰਹੇ ਸੀ, ਸਾਡੇ ਕੁਝ ਕਿਸਾਨ ਰੋਡ ਤੇ ਵੀ ਖੜੇ ਸੀਗੇ। ਹੈਲੀਪੈਡ ਜਿਹੜਾ ਨਜ਼ਦੀਕ ਆ, ਮਨਪ੍ਰੀਤ ਹੈਲੀਪੈਡ ਦਿਖਾ ਦਿਓ, ਬਿਲਕੁਲ ਸਾਹਮਣੇ ਜਿਹੜਾ ਕੰਧਾਂ ਕੀਤੀਆਂ ਹੋਈਆਂ ਨੇ ਸਾਹਮਣੇ, ਔਰ ਕੰਧਾਂ ਕੀਤੀਆਂ ਹੋਈਆਂ ਨੇ, ਉੱਥੇ ਹੈਲੀਪੈਡ ਸੀ ਜਿੱਥੇ ਡਿਪਟੀ ਸੀਐਮ ਨੇ ਉਤਰਨਾ ਸੀਗਾ, ਪਰ ਰੂਟ ਚੇਂਜ ਹੋ ਗਿਆ, ਫਿਰ ਬਾਈ ਰੋਡ ਆਉਣ ਲੱਗੇ। ਬਾਈ ਰੋਡ ਆਉਣ ਤੇ ਅਸੀਂ ਇਸ ਹੈਲੀਪੈਡ ਤੇ ਬੈਠ ਗਏ। ਹੈਲੀਪੈਡ ਤੋਂ ਬੈਠ ਕੇ ਸਾਡੇ ਕਿਸਾਨ ਆਰਾਮ ਨਾਲ ਇੱਥੋਂ ਇਹ ਵੀ ਜਿਹੜੇ ਹੈਗੇ ਸੀ ਨਾ ਸਥਾਨੀ ਲੋਕ ਆਉਣ ਜਾਣ ਦਾ, ਉਹਨਾਂ ਆਰਾਮ ਨਾਲ ਇੱਥੋਂ ਪਾਸ ਹੋ ਰਹੇ, ਕਿਸੇ ਤਰੀਕੇ ਦਾ ਕੋਈ ਰਾਸਤਾ ਬ੍ਰੇਕ ਨਹੀਂ ਸੀਗਾ, ਲੇਕਿਨ ਕਿਸਾਨ ਰੋਡ ਤੇ ਜ਼ਰੂਰ ਸੀਗੇ। ਉਸੇ ਦੇ ਵਿੱਚ ਸਾਡਾ ਐਡੀਸ਼ਨਲ ਐਸਐਸਪੀ ਸਾਹਿਬ ਨਾਲ ਔਰ ਏਡੀਐਮ ਸਾਹਿਬ ਨਾਲ ਗੱਲ ਹੋ ਰਹੀ ਕਿ ਤੁਸੀਂ ਰਾਸਤਾ ਚੇਂਜ ਕਰ ਦਿਓ। ਉਹਨਾਂ ਸਾਨੂੰ ਕਿਹਾ ਵੀ ਉਸੇ ਰਸਤੇ ਜਾਓ, ਪ੍ਰੋਟੋਕਾਲ ਦੇ ਵਿੱਚ ਆ। ਅਸੀਂ ਕਿਹਾ ਵੀ ਨਹੀਂ, ਤੁਸੀਂ ਇਹ ਰਾਸਤੇ ਨਾਲ ਆਉਣਗੇ ਤੇ ਕਿਤੇ ਕਿਸਾਨਾਂ ਨਾਲ ਟਕਰਾਅ ਨਾ ਹੋਏ, ਤੁਸੀਂ ਰਾਸਤਾ ਡਾਇਵਰਟ ਕਰ ਦਿਓ। ਇਹ ਕਰੀਬ 2 ਵਜੇ ਦਾ ਲਗਭਗ 2:15-20 ਦਾ ਸਮੇਂ ਹੋਏਗਾ। ਉਸੇ ਦੇ ਦੌਰਾਨ ਉਹਨਾਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਤੇ ਸਾਡੇ ਕੋਲ ਫਿਰ ਐਸਐਸਪੀ ਸਾਹਿਬ ਔਰ ਡੀਐਮ ਸਾਹਿਬ ਸਾਡੇ ਕੋਲ ਆਏ। ਅਸੀਂ ਫਿਰ ਸਾਡੇ ਸੀਨੀਅਰ ਆਗੂ ਤਜਿੰਦਰ ਸਿੰਘ ਵਿਰਕ, ਬਲਜਿੰਦਰ ਸਿੰਘ ਮਾਨ, ਉਹ ਜਿਨ੍ਹਾਂ ਦੇ ਮੈਂ ਵੀ ਸ਼ਾਮਲ, ਹੋਰ ਵੀ ਸਾਡੇ ਸਥਾਨੀ ਨੇਤਾ ਜਾਂ ਜਿਹੜੇ ਸੰਯੁਕਤ ਮੋਰਚਾ ਨੇਤਾ ਉਹ ਨਾਲ ਸੀਗੇ। ਉੱਥੇ ਵੀ ਹੋਇਆ ਵੀ ਤੁਸੀਂ ਰਾਸਤਾ ਉੱਥੋਂ ਡਾਇਵਰਟ ਕਰਾ ਦਿਓ, ਜਦੋਂ ਤੋਂ ਰਾਸਤੇ ਤੋਂ ਗੁਜ਼ਰ ਜਾਣਗੇ ਸਾਨੂੰ ਦੱਸ ਦਿਓ, ਅਸੀਂ ਸਭਾ ਸਮਾਪਤ ਕਰ ਦਾਂਗੇ। ਉਹਨਾਂ ਨੇ ਇਹ ਵੀ ਸਾਨੂੰ ਕਿਹਾ ਕਿ ਪਹਿਲਾਂ ਤੁਸੀਂ ਸਭਾ ਸਮਾਪਤ ਕਰ ਦਿਓ। ਅਸੀਂ ਕਿਸਾਨ ਨਹੀਂ ਸੀ ਚਾਹੁੰਦੇ ਸੀ, ਨਾ ਕਿਸਾਨ ਆਗੂ ਚਾਹੁੰਦੇ ਸੀ ਕਿ ਸਾਡਾ ਰਾਸਤੇ ਦੇ ਵਿੱਚ ਵੀ ਕਿਤੇ ਮਤਲਬ ਉਹਨਾਂ ਟੱਕਰੇ ਹੋਣ ਤੇ ਕਿਸੇ ਤਰੀਕੇ ਦਾ ਵਿਵਾਦ ਹੋਵੇ, ਲੇਕਿਨ ਅਸੀਂ ਸ਼ਾਂਤੀ ਪਹੁੰਚਾਉਂਦੇ ਸੀ। ਅਸੀਂ ਇਸੇ ਕਰਕੇ ਉਹਨੂੰ ਕਿਹਾ ਵੀ ਤੁਸੀਂ ਰਾਸਤਾ ਡਾਇਵਰਟ ਕਰ ਦਿਓ, ਜਦੋਂ ਉਹ ਨਿਕਲ ਜਾਣਗੇ ਤੇ ਅਸੀਂ ਇਹਨੂੰ ਸਭਾ ਨੂੰ ਆਪਣਾ ਸਮਾਪਤ ਕਰ ਦਾਂਗੇ ਤੇ ਕਿਸਾਨ ਆਪਣੇ ਘਰ ਚੱਲ ਜਾਏਗਾ। ਉਸੇ ਦੇ ਦੌਰਾਨ ਇਹ ਜਿਹੜੀ ਸਾਈਡ ਤੋਂ ਇਹਨਾਂ ਦਾ ਪਿੰਡ ਪੈਂਦਾ ਹੈਗਾ ਸਾਡੇ ਕੇਂਦਰੀ ਮੰਤਰੀ ਦਾ, ਉਸੇ ਸਾਈਡ ਪੁਲਿਸ ਪ੍ਰਸ਼ਾਸਨ ਵੀ ਲੱਗਾ ਹੋਇਆ ਵਾ। ਲੇਕਿਨ ਕੀ ਹੋਇਆ ਕਿ ਲਗਭਗ 3 ਵਜੇ ਹੋ ਸਕਦਾ ਨਾ ਸੂਚਨਾ ਮਿਲੀ ਹੋਵੇ, ਪ੍ਰਸ਼ਾਸਨ ਦਿੱਤੀ ਹੋਵੇ ਇੱਧਰ ਦਾ ਰਾਸਤਾ ਨਹੀਂ ਆ ਰਿਹਾ। ਉਹਨਾਂ ਨੇ ਫਿਰ ਜਿਹੜਾ ਉਹਨਾਂ ਨੇ ਪਹਿਲਾਂ ਦਿਆ ਹੈ ਕਿ ਮੇਰਾ ਇਤਿਹਾਸ ਹੈ, ਮੈਂ ਸੰਸਦ ਵਿਧਾਇਕ ਬਣਨ ਤੋਂ ਪਹਿਲਾਂ ਕੁਝ ਹੋਰ ਸੀਗਾ, ਉਹ ਉਹਨਾਂ ਦੇ ਬੇਟੇ ਨੇ ਫਿਰ ਉਸ ਜਿਹੜਾ ਵਾ ਇਤਿਹਾਸ ਨੂੰ ਦੁਹਰਾਇਆ, ਜਿਹਦੇ ਵਿੱਚ ਉਹ ਸ਼ਾਇਦ ਪੁਲਿਸ ਪ੍ਰਸ਼ਾਸਨ ਵੀ ਏਡੀਐਮ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਵੀ ਬੜੀ ਮੁਸ਼ਕਿਲ ਦੌੜ ਕੇ ਬਚੇ ਨੇ,
ਲੇਕਿਨ ਅਗਲੇ ਪਾਸੇ ਕਿਸਾਨ ਸੀ, ਇਹਨਾਂ ਦੀਆਂ ਗੱਡੀਆਂ ਦਰੜਦੀਆਂ ਹੋਈਆਂ ਆਈਆਂ। ਦਰੜਦੇ ਹੋਣ ਦੇ ਨਾਲ ਸਾਡੇ ਕਿਸਾਨ ਦੋ ਮੌਕੇ ਤੇ ਖਤਮ ਹੋ ਗਏ। ਦੋ ਥੋੜੇ ਬਹੁਤੇ ਸਾਹ ਚੱਲਦੀ ਸੀ, ਜ਼ਿਲ੍ਹੇ ਹਸਪਤਾਲ ਭੇਜਿਆ, ਉੱਥੇ ਜਾ ਕੇ ਉਹਨਾਂ ਨੇ ਆਪਣੇ ਪ੍ਰਾਣ ਦੇ ਦਿੱਤੇ। ਤੇ ਨਾਲ ਸਾਡੇ ਲਗਭਗ 10 12 15 ਸਾਡੇ ਲੋਕ ਜਿਹੜੇ ਹੈਗੇ, ਉਹ ਕਿਸਾਨ ਜਿਹੜੇ ਹੈਗੇ, ਉਹਨਾਂ ਨੂੰ ਸੱਟਾਂ ਵੀ ਲੱਗੀਆਂ, ਗੰਭੀਰ ਸੱਟਾਂ ਨੇ। ਕੁਝ ਦਾ ਇਲਾਜ ਦਿੱਲੀ ਮੈਦਾਨਾਂ 'ਚ ਵੀ ਚੱਲ ਰਿਹਾ, ਕੁਝ ਉੱਤਰਾਂਚਲ ਦੇ ਵਿੱਚ ਨੇ, ਕੁਝ ਸਾਡੇ ਇੱਥੇ ਲੋਕਲ ਲਖੀਮਪੁਰ ਦੇ ਵਿੱਚ ਨੇ। ਇਸ ਗੱਡੀ ਦੇ ਵਿੱਚ ਕੌਣ ਕੌਣ ਸੀ, ਦੇਖਿਆ ਤੁਸੀਂ? ਇਹਨਾਂ ਗੱਡੀਆਂ ਦੇ ਵਿੱਚ ਦੇਖੋ ਜੀ, ਉਹਨਾਂ ਦੇ ਨਾਲ ਗੱਡੀਆਂ 3 ਸੀਗੀਆਂ, ਜਿਹਦੇ ਵਿੱਚ ਇਹ ਗੱਡੀ ਥਾਰ ਸੀ ਸਭ ਤੋਂ ਅੱਗੇ। ਉਸ ਤੋਂ ਬਾਅਦ ਸਾਡੀ ਇਹਨਾਂ ਦੀ ਇਨੋਵਾ ਸੀ, ਉਸ ਤੋਂ ਬਾਅਦ ਪਿਛਲੇ ਵਾਰ ਸਕਾਰਪੀਓ ਸੀ। ਲਗਭਗ ਸਾਰਿਆਂ ਵਿੱਚ ਗੁੰਡੇ ਸੀਗੇ, ਇਹਨਾਂ ਕੋਲ ਹਥਿਆਰਬੰਦ ਸੀਗੇ। ਇੱਕ ਸਕਾਰਪੀਓ ਤਾਂ ਇਹਨਾਂ ਦੀ ਬਚ ਕੇ ਨਿਕਲ ਗਈ, ਲੇਕਿਨ ਇਹ ਦੋ ਗੱਡੀਆਂ ਟੱਕਰ ਲੱਗਣ ਦੇ ਨਾਲ ਪਲਟ ਗਈਆਂ ਵਾ, ਜਿਹਦੇ ਵਿੱਚ ਇਹਨਾਂ ਦੇ ਵੀ ਕੁਛ ਜਿਹੜੇ ਗੁੰਡੇ ਸੀਗੇ ਉਹ ਖਤਮ ਹੋਏ ਆ, ਉਹ ਗੱਡੀਆਂ ਦੇ ਨਾਲ ਦਬ ਕੇ ਜਮੀ ਵੀ ਆ। ਲੇਕਿਨ ਕਿਸਾਨਾਂ ਤੇ ਅਟੈਕ ਇਹਨਾਂ ਨੇ ਕੀਤਾ, ਨਾ ਕਿ ਕਿਸਾਨ ਨੇ ਕਿਤੇ ਅਟੈਕ ਕੀਤਾ। ਕਿਸੇ ਤੇ ਵੀ ਕਿਸਾਨ ਨੇ ਅਟੈਕ ਨਹੀਂ ਕੀਤਾ। ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ, ਜਦ ਸਾਡੀ ਕਮਿਟਮੈਂਟ ਪ੍ਰਸ਼ਾਸਨ ਨਾਲ ਚੱਲ ਰਹੀ ਹੈ ਕਿ ਤੁਸੀਂ ਰਾਸਤਾ ਡਾਇਵਰਟ ਕਰ ਦਿਓ, ਤੇ ਇਹਦਾ ਮੈਸੇਜ ਜਾਂਦਾ ਵਾ ਅਧਿਕਾਰੀਆਂ ਕੋਲ ਵੀ ਕਿ ਵਾਕਿਆ ਇਹ ਸਾਡਾ ਜਿਹੜਾ ਹੈਗਾ ਸੀ, ਇਹ ਕਿਸ ਤਰੀਕੇ ਨਾਲ ਟਕਰਾਵ ਨਹੀਂ ਚਾਹੁੰਦੇ ਸੀ। ਲੇਕਿਨ ਹੁਣ ਜਿਹੜਾ ਇਹ ਹਿਊਮਰ ਇੱਕ ਫੈਲਾਇਆ ਜਾ ਰਿਹਾ, ਗਲਤ ਫੈਲਾਇਆ ਜਾ ਰਿਹਾ। ਕਿਸਾਨ ਸ਼ਾਂਤੀਪੂਰੀ ਤਰੀਕੇ ਨਾਲ 10 ਮਹੀਨੇ ਤੋਂ ਅੰਦੋਲਨ ਕਰਦਾ ਰਹੇਗਾ। ਇੱਕ ਦੂਸਰੀ ਗੱਡੀ ਵੀ ਹੈ ਘਟਨਾ ਦੀ ਗਵਾਹ। ਕੱਲੀ ਚੀਜ਼ ਇੱਥੇ ਪਈ ਹੈ, ਜੀਪ ਇੱਥੇ ਪਈ ਹੈ, ਚੱਪਲਾਂ ਇੱਥੇ ਪਈਆਂ ਨੇ, ਸਾਫੇ ਪਰਨੇ ਇੱਥੇ ਪਏ ਨੇ, ਪੈਂਟਾਂ ਤੇ ਸ਼ਰਟਾਂ ਇੱਥੇ ਪਈਆਂ ਨੇ। ਇੱਕ ਤਸਵੀਰ ਮੈਂ ਰੰਧਾਵਾ ਸਾਹਿਬ ਤੁਹਾਨੂੰ ਨਾਲ ਲਿਜਾ ਕੇ ਹੋਰ ਦਿਖਾਉਣੀ ਆ, ਉਹ ਤਸਵੀਰ ਵੀ ਜਿੱਥੇ ਇੱਕ ਗੱਡੀ ਹੋਰ ਹੈ। ਇਹ ਗੱਡੀ ਜਿਹੜੀ ਫੋਰਚੂਨਰ ਪਲਟੀ ਸੀ, ਉਹ ਦੂਸਰੀ ਗੱਡੀ ਵੀ ਇਸ ਥਾਂ ਤੇ ਪਈ ਹੈ। ਔਰ ਕਿਹਾ ਜਾ ਰਿਹਾ ਕਿ ਇਸੇ ਰਸਤੇ ਤੋਂ ਇੱਥੇ ਜਦੋਂ ਪੂਰੀ ਘਟਨਾ ਵਾਪਰਦੀ ਹੈ, ਔਰ ਇਸੇ ਰਸਤੇ ਤੋਂ ਜੋ ਮੁੰਡਾ ਸੀ ਕੇਂਦਰੀ ਗ੍ਰਹਿ ਮੰਤਰੀ ਦਾ, ਫਿਰ ਉਹ ਇੱਥੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਿਰ ਇਸੇ ਰਸਤੇ ਤੋਂ ਫਰਾਰ ਹੁੰਦਾ, ਇਧਰ ਦੀ ਭੱਜਦਾ। ਔਰ ਇਹ ਕਿਹਾ ਜਾਂਦਾ, ਫਿਰ ਰੰਧਾਵਾ ਸਾਹਿਬ ਇਹ ਵੀ ਚਰਚਾ ਇੱਥੇ ਲੋਕਾਂ ਦੇ ਵਿੱਚ, ਉਹ ਵੀ ਜ਼ਰੂਰ ਦੱਸੋ ਕਿ ਫਾਇਰਿੰਗ ਵੀ ਹੋ ਰਹੀ ਸੀ ਪੁਲਿਸ ਨੇ। ਫਾਇਰਿੰਗ ਉਹਨਾਂ ਦਾ ਬੇਟਾ ਇਸੇ ਰਸਤਾ ਤੁਸੀਂ ਦੇਖ ਰਹੇ ਜੇ ਨਾ ਜੀ, ਇਹ ਰਾਸਤੇ ਥਾਣੀ ਉਹ ਦੌੜਦਾ ਹੋਇਆ, ਫਾਇਰਿੰਗ ਕਰਦਾ ਹੋਇਆ ਨਿਕਲ ਗਿਆ ਇੱਥੋਂ। ਉਹ ਪੁਲਿਸ ਜਿਹੜੀ ਹੈਗੀ ਉਹ ਵੀ ਪ੍ਰੋਟੈਕਸ਼ਨ ਵਾਸਤੇ ਨਾਲ ਗਈ ਆ। ਲੇਕਿਨ ਸਾਡਾ ਕਿਸਾਨ ਇੱਥੋਂ ਰੋਡ ਤੋਂ ਉੱਪਰ ਨੀਚੇ ਨਹੀਂ ਉਤਰਿਆ ਹੋਇਆ। ਇੱਥੋਂ ਜਦੋਂ ਗੱਡੀ ਪਲਟੀ ਹੈ, ਗੱਡੀ ਪਲਟਣ ਤੋਂ ਬਾਅਦ ਕੁਝ ਉਹਨਾਂ ਦੇ ਮਰੇ ਵੀ ਆ, ਇੱਥੋਂ ਨਿਕਲ ਗਿਆ ਵਾ। ਉਹ ਫਾਇਰਿੰਗ ਕਰਦਾ ਹੋਇਆ ਗਿਆ, ਬਕਾਇਦਾ ਸਾਡੇ ਆਪਣੀ ਗੋਲੀ ਵੀ ਲੱਗੀ ਆ। ਦੋ ਲੋਕਾਂ ਨੇ, ਇੱਕ ਪੱਤਰਕਾਰ ਨੂੰ ਗੋਲੀ ਲੱਗੀ, ਸਾਡੇ ਕਿਸਾਨ ਨੂੰ ਵੀ ਇੱਕ ਨੂੰ ਗੋਲੀ ਲੱਗੀ ਆ। ਉਹ ਵੀ ਅਸੀਂ ਇਹਦੀ ਹਰ ਤਰੀਕੇ ਨਾਲ ਪੁਸ਼ਟੀਆਂ ਕਰਾਂਗੇ ਜੋ ਸਮੇਂ ਆਉਣ ਤੇ। ਹੁਣ ਪਰ ਕਿਸ ਤਰ੍ਹਾਂ ਦੇਖਿਆ ਜਾਵੇ ਇਸ ਤਰ੍ਹਾਂ ਦੀਆਂ ਘਟਨਾਵਾਂ ਖੁੱਲ੍ਹੇਆਮ, ਕਿਉਂਕਿ ਜਿਹੜਾ ਕੈਰੀਅਰ ਦੇਖਿਆ ਜਾਵੇ ਜਾਂ ਸ਼ੁਰੂਆਤ ਰਾਜਨੀਤੀ ਤੋਂ ਪਹਿਲਾਂ, ਜਿੱਦਾਂ ਰੰਧਾਵਾ ਸਾਹਿਬ ਕਹਿੰਦੇ ਕਿ ਕੁਝ ਹੋਰ ਸੀਗਾ ਮੰਤਰੀ, ਥੋੜਾ ਬਹੁਤ ਮੈਂ ਜਿਹੜਾ ਸਟੱਡੀ ਕੀਤਾ ਉਸ ਦੇ ਬਾਰੇ, ਹੋਰ ਬਹੁਤ ਸਾਰੇ ਮੁਕੱਦਮੇ ਦਰਜ ਨੇ ਉਸ ਸ਼ਖਸ ਦੇ ਖਿਲਾਫ, ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਖਿਲਾਫ ਮੁਕੱਦਮੇ ਤਾਂ ਪਹਿਲਾਂ ਹੀ ਬਹੁਤ ਸਾਰੇ ਦਰਜ ਨੇ। ਬੈਕਗ੍ਰਾਉਂਡ ਇਹੋ ਜਿਹਾ ਮੁੰਡਾ ਵੀ ਉਹਦੇ ਰਾਹ ਤੇ ਤੁਰ ਪਿਆ। ਜੀ ਬਿਲਕੁਲ ਸਹੀ, ਇਹ ਤੁਹਾਡੀ ਗੱਲ ਬਿਲਕੁਲ ਸੱਤ ਹੈ। ਔਰ ਜਿਹੜੀ ਚੀਜ਼ ਰੰਧਾਵਾ ਜੀ ਨੇ ਕਹੀ ਹੈ 101% ਸਹੀ ਹੈ। ਮੈਂ ਉਦੋਂ ਧਰਨੇ ਮੌਜੂਦ ਸੀ, 3 ਤਰੀਕ ਦਾ ਕਿੱਸਾ ਹੈ। ਔਰ ਧਰਨਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਨੇਤਰ ਚੱਲ ਰਿਹਾ, ਬੜਾ ਪੀਸਫੁਲੀ ਚੱਲ ਰਿਹਾ ਸੀ, ਬੜਾ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਸੀ। ਹਰ ਬੰਦੇ ਨੂੰ ਗਾਈਡ ਕਰ ਦਿੱਤਾ ਗਿਆ ਸੀ ਕਿ ਇਹਨਾਂ ਗਾਈਡਾਂ ਤੇ ਅਨੁਪਾਲਨ ਕਰਨਾ ਹੈ, ਸ਼ਾਸਨ ਚ ਰਹਿਣਾ ਹੈ, ਡਿਸਪਲਿਨ ਮੇਨਟੇਨ ਕਰਨੇ ਨੇ। ਕਿਸੇ ਵੀ ਤਰੀਕੇ ਨਾਲ ਸਾਡੇ ਵੱਲੋਂ ਕੋਈ ਵੀ ਏਦਾਂ ਦੀ ਸੱਤ, ਮੈਂ ਕਹਿ ਰਿਹਾ ਭੂਤਪੂਰਵ ਸੈਨਿਕਾਂ, ਕਿਸੇ ਵੀ ਕਮਜ਼ੋਰੀ ਦਾ ਅਸੀਂ ਸਾਰੇ ਬੱਚਿਆਂ ਨੂੰ ਸਮਝਾਤਾ ਗਿਆ ਜੀ। ਹੁਣ ਗੱਲ ਇੱਥੋਂ ਇਹ ਹੋਈ ਕਿ ਬੜਾ ਸ਼ਾਂਤੀਪੂਰਵਕ ਜਦੋਂ ਚੱਲਦਾ ਰਿਹਾ, ਅਸੀਂ ਉੱਥੇ ਰਹੇ। ਮੇਨ ਸਾਡਾ ਮਾਟੋ ਇਹ ਸੀ ਕਿ ਕਾਲੇ ਝੰਡੇ ਦਿਖਾ ਕੇ, ਮੇਨ ਮਾਟੋ ਕਿ ਤਿੰਨੇ ਕ੍ਰਿਸ਼ੀ ਕਾਨੂੰਨ ਜਿੰਨ ਤੱਕ ਬੰਦ ਨਹੀਂ ਹੁੰਦੇ, ਅਸੀਂ ਇਸੇ ਤਰੀਕੇ ਨਾਲ ਅੰਦੋਲਨ ਜਾਰੀ ਰੱਖਾਂਗੇ। ਮੇਨ ਸਾਡਾ ਇਹੋ ਖੇਤਰ ਵਾਸੀਆਂ ਦਾ ਕੀ ਹੈ, ਕਿਉਂਕਿ ਜਾਣ ਵਾਲੇ ਤਾਂ ਚਲੇ ਗਏ ਵਿਚਾਰੇ, ਕਿਉਂਕਿ ਜਿਨ੍ਹਾਂ ਦੇ ਜੀ ਗਏ ਉਹਨਾਂ ਦੇ ਜੀ ਨਹੀਂ ਮੁੜਨੇ। ਦਰਦ ਤਾਂ ਉਹਨਾਂ ਨੂੰ ਸਭ ਤੋਂ ਵੱਧ, ਕਿਉਂਕਿ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਚਲੇ ਗਏ, ਠੀਕ ਹੈ, ਇੱਕ ਵਾਰ ਮੁਆਵਜ਼ਾ ਮਿਲ ਜੂਗਾ ਉਹਨਾਂ ਨੂੰ ਔਰ ਨੌਕਰੀ ਵੀ ਮਿਲ ਜੂਗੀ, ਪਰ ਜਿਨ੍ਹਾਂ ਦਾ ਬੰਦਾ ਗਿਆ ਉਹ ਵਾਪਸ ਨਹੀਂ ਮੁੜੂਗਾ। ਉਸ ਨੂੰ ਲੈ ਕੇ ਕੀ ਕਹੋਗੇ ਤੁਸੀਂ? ਦੇਖੋ ਜੀ, ਉਹਦੇ ਵਾਸਤੇ ਮੈਂ ਬਹੁਤ ਹੀ ਜ਼ਿਆਦਾ ਆਪਣੀ ਤਰਫੋਂ, ਸਮਾਜ ਦੀ ਤਰਫੋਂ, ਸਾਰੇ ਵਰਗ ਦੀ ਤਰਫੋਂ ਮੈਂ ਬਹੁਤ ਜ਼ਿਆਦਾ ਦੁੱਖ ਪ੍ਰਗਟ ਕਰਨਾ ਵਾ। ਔਰ ਸੱਚੇ ਪਾਤਸ਼ਾਹ ਜੋ ਘਟਨਾ ਘਟੀ ਬਹੁਤ ਹੀ ਦਰਦਨਾਕ ਘਟਨਾ ਹੈ, ਉਹਦੀ ਅਸੀਂ ਪੂਰੀ ਨਹੀਂ ਕਰ ਸਕਦੇ, ਪਰ ਅਸੀਂ ਨਿਆਂ ਲੈਣ ਵਾਸਤੇ ਉਹਦੇ ਪਿੱਛੇ ਆ। ਜਿੱਥੋਂ ਤੱਕ ਵੀ ਜਾਣਾ ਪਏਗਾ, ਵੀ ਆਰ ਰੈਡੀ ਟੂ ਗੋ। ਠੀਕ ਹੈ, ਤੁਸੀਂ ਵੀ ਮੌਕੇ ਤੇ ਹੀ ਸੀਗੇ ਉਸ ਸਮੇਂ? ਮੌਕੇ ਤੇ ਹੀ ਜੀ, ਅਸੀਂ ਸਭ ਪ੍ਰੋਟੈਸਟ ਦਾ ਹਿੱਸਾ ਸੀ। ਔਰ ਇਹ ਮੰਤਰੀ ਗੱਡੀ ਆਉਂਦੀ ਦੇਖੀ ਤੁਸੀਂ, ਗੱਡੀ ਆ ਰਹੀ ਸੀ, ਉਹ ਪੂਰੀ ਘਟਨਾ, ਇਹ ਘਟਨਾ ਵਾਪਰੀ ਕਿਉਂ ਫਿਰ? ਇਹੋ ਜਿਹਾ ਕੀ ਸੀਗਾ? ਕਿਉਂਕਿ ਕਿਸਾਨ ਤਾਂ ਸ਼ਾਂਤੀਪੂਰਨ ਤਰੀਕੇ ਨਾਲ ਜੇ ਝੰਡੇ ਦਿਖਾ ਰਹੇ ਸੀਗੇ, ਔਰ ਫਿਰ ਇਹੋ ਜਿਹਾ ਉਹਨੂੰ ਕੀ ਹੋ ਗਿਆ ਕਿ ਉਹਨੇ ਕੁਚਲ ਹੀ ਦਿੱਤਾ ਕਿਸਾਨਾਂ ਨੂੰ, ਕਿਸਾਨਾਂ ਦੇ ਉੱਪਰ ਗੱਡੀਆਂ ਚਾੜ ਦਿੱਤੀਆਂ, ਜਾਂ ਫਿਰ ਆਪਣੇ ਪਿਓ ਦਾ ਇਤਿਹਾਸ ਦੁਹਰਾ ਰਿਹਾ ਸੀ? ਇਹਨੇ ਕੁਝ ਦਿਨ ਪਹਿਲਾਂ ਇਹਦੇ ਬਾਪ ਨੇ, ਜਿਹੜਾ ਮੰਤਰੀ, ਕੇਂਦਰੀ ਮੰਤਰੀ ਹੈ, ਉਹਨੇ ਇੱਕ ਕਿਸਾਨਾਂ ਨੂੰ ਧਮਕੀ ਦਿੱਤੀ ਸੀ, ਤੁਸੀਂ ਸੁਣੀ ਹੋਣੀ ਹੈ। ਉਹਨਾਂ ਆਪਣੀ ਧਮਕੀ ਨੂੰ ਆਪਣਾ ਇਤਿਹਾਸ ਦੁਹਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜੋ ਧਮਕੀ ਦਿੱਤੀ ਅਸੀਂ ਉਹ ਕਰਕੇ ਵਿਖਾਵਾਂਗੇ ਤੁਹਾਨੂੰ। ਇਹਨਾਂ ਸਾਡੇ ਜਾਣਬੁੱਝ ਕੇ ਨਿਹੱਥੇ ਕਿਸਾਨਾਂ, ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਹੈ। ਠੀਕ ਹੈ, ਕਹਿੰਦੇ ਕਿ ਜਦੋਂ ਘਟਨਾ ਹੋਈ ਉਹ ਕਹਿ ਰਿਹਾ ਕਿ ਮੇਰਾ ਤਾਂ ਡਰਾਈਵਰ ਉੱਥੇ ਮਰਿਆ, ਡਰਾਈਵਰ ਸੀਗਾ, ਮੈਂ ਤਾਂ ਹੈ ਹੀ ਨਹੀਂ ਸੀਗਾ ਇੱਥੇ। ਦੇਖੋ, ਜਿਹੜੇ ਉਹਨਾਂ ਦੇ ਬੰਦੇ ਮਰੇ ਨੇ, ਉਹਨਾਂ ਦੀ ਇੱਕ ਕੁਛ ਤੇ ਉਹਦੀ ਗੋਲੀ ਦੇ ਨਾਲ, ਉਹਨੇ ਗੋਲੀ ਇੱਕ ਪੱਤਰਕਾਰ ਨੂੰ ਵੀ ਮਾਰੀ, ਬਾਕੀ ਗੱਡੀਆਂ ਜਿਹਨੂੰ ਪਲਟੀਆਂ ਨੇ, ਗੱਡੀ ਦੇ ਥੱਲੇ ਆ ਕੇ ਉਹਨਾਂ ਦੇ ਬੰਦੇ ਮਰੇ ਨੇ। ਹਾਂਜੀ,
ਥੱਲੇ ਆ ਕੇ ਔਰ ਉਹ ਵੀ ਕਹਿੰਦੇ ਭੱਜਦਾ ਦੇਖਿਆ ਲੋਕਾਂ ਨੇ। ਦੇਖਿਆ ਜੀ, ਗੋਲੀ ਚਲਾਉਂਦਾ, ਫਾਇਰਿੰਗ ਦੋਵਾਂ ਹੱਥਾਂ ਨਾਲ ਫਾਇਰਿੰਗ ਕਰਦਾ ਭੱਜਿਆ ਇਹਨੂੰ। ਹਾਂਜੀ ਪੁਲਿਸ ਹੈਗੀ ਸੀ ਇਸ ਥਾਂ ਤੇ। ਪੁਲਿਸ ਨੇ ਵੀ ਉਹਨੂੰ ਪ੍ਰੋਟੈਕਸ਼ਨ ਦਿੱਤਾ, ਪੁਲਿਸ ਨੇ ਵੀ ਉਹਦੇ ਪਿੱਛੇ ਗਈ ਉੱਥੋਂ ਤੱਕ। ਠੀਕ ਹੈ, ਔਰ ਇਹ ਰਾਹ ਹੈ ਮਨਪ੍ਰੀਤ, ਰਾਹ ਦਿਖਾ ਦਿਓ ਇੱਕ ਵਾਰ, ਫੋਰਚੂਨਰ ਗੱਡੀ ਦਿਖਾ ਦਿਓ। ਇਹ ਫੋਰਚੂਨਰ ਗੱਡੀ ਵੀ ਥਾਰ ਦੇ ਪਿੱਛੇ ਜਿਹੜੀ ਗੱਡੀ ਸੀ ਉਹ ਇਹ ਫੋਰਚੂਨਰ ਗੱਡੀ ਆ ਜਿਹੜੀ ਇੱਥੇ ਪਲਟੀ ਆ, ਬਾਅਦ ਵਿੱਚ ਅੱਗ ਲਾ ਦਿੱਤੀ ਗਈ ਇਸ ਨੂੰ, ਕਿਉਂਕਿ ਮੌਕੇ ਤੇ ਜਿਹੜੀ ਸਿਚੁਏਸ਼ਨ ਬਣੀ, ਬਹੁਤ ਸਾਰਾ ਲੋਕਾਂ ਦੇ ਵਿੱਚ ਗੁੱਸਾ ਸੀ, ਆਕਰੋਸ਼ ਸੀ, ਲੋਕਾਂ ਦੇ ਵਿੱਚ ਗੁੱਸਾ ਸੀ। ਔਰ ਇਸ ਘਟਨਾ ਤੋਂ ਬਾਅਦ ਫਿਰ ਪੂਰੇ ਦੇਸ਼ ਦੇ ਵਿੱਚ ਬੀਜੇਪੀ ਦੀ ਤਾਂ ਕਿਰਕਰੀ ਹੋਈ। ਕਿਹਾ ਜਾ ਰਿਹਾ ਕਿ ਪੀਐਮਓ ਔਰ ਹੋਮ ਮਿਨਿਸਟਰੀ ਚੋਂ ਫੋਨ ਖੜਕੇ ਯੋਗੀ ਆਦਿੱਤਿਆਨਾਥ ਹੋਣਾ ਨੂੰ ਕਿ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਸੌਰਟ ਆਊਟ ਕੀਤਾ ਜਾਵੇ। ਦੇਖ ਰਹੇ ਹੋ ਤੁਸੀਂ, ਇਹ ਫੋਰਚੂਨਰ ਗੱਡੀ ਜਿਹੜੀ ਆ ਇਹ ਪਿੱਛੇ ਸੀਗੀ ਔਰ ਅੱਗੇ ਜਿਹੜੀ ਥਾਰ ਜਾ ਰਹੀ ਸੀ। ਔਰ ਇਹ ਰਸਤਾ ਜਿਹੜਾ ਸੀਗਾ, ਇਸ ਬੰਨੇ ਰਸਤਾ ਮਨਪ੍ਰੀਤ ਦਿਖਾ ਦਿਓ ਜਰੂਰ, ਕਿਉਂਕਿ ਜਿਹੜਾ ਇਸ ਬੰਨੇ ਦਾ ਰਸਤਾ ਉਹ ਰਸਤਾ ਖੇਤਾਂ ਨੂੰ ਜਾਂਦਾ ਹੈ, ਖੇਤਾਂ ਨੂੰ ਜਾਣ ਵਾਲਾ ਰਸਤਾ ਹੈ, ਖੇਤਾਂ ਨੂੰ ਜਾਣ ਵਾਲਾ ਰਾਹ ਹੈ। ਔਰ ਇਸ ਤੋਂ ਬਾਅਦ ਫਿਰ ਕਮਾਦ ਦੇ ਵਿੱਚ ਵੜ ਗਿਆ, ਗੰਨੇ ਦਾ ਖੇਤ ਹੈ, ਕਮਾਦ ਆ ਅੱਗੇ, ਔਰ ਕਮਾਦ ਦੇ ਵਿੱਚ ਨਾਲ ਹੀ ਇੱਥੋਂ ਦੇ ਲੋਕ ਕਹਿ ਰਹੇ ਕਿ ਜੋ ਮੁਲਜ਼ਮ ਹੈ ਮੰਤਰੀ ਦਾ ਬੇਟਾ, ਦੋਨਾਂ ਹੱਥਾਂ ਦੇ ਨਾਲ ਕਹਿੰਦੇ ਕਿ ਫਾਇਰਿੰਗ ਕਰਦਾ ਹੋਇਆ ਇਸੇ ਰਸਤੇ ਤੋਂ ਫਰਾਰ ਹੋਇਆ। ਇੱਕ ਥਾਰ ਉਸ ਬੰਨੇ ਪਈ ਹੈ, ਇੱਕ ਫੋਰਚੂਨਰ ਗੱਡੀ ਇਸ ਬੰਨੇ ਪਈ ਹੈ, ਦੋਨਾਂ ਨੂੰ ਅੱਗ ਲਾ ਦਿੱਤੀ ਗਈ ਸੀ। ਪਰ ਉਸ ਤੋਂ ਪਹਿਲਾਂ ਦੀ ਜਿਹੜੀ ਘਟਨਾ ਸੀ ਬਹੁਤ ਦਰਦਨਾਕ ਸੀ। ਕਿਸਾਨ ਅੰਦੋਲਨ ਦੀ ਹੁਣ ਤੱਕ ਦੀ ਸਭ ਤੋਂ ਮੰਦਭਾਗੀ, ਸਭ ਤੋਂ ਦਰਦਨਾਕ ਤੇ ਸਭ ਤੋਂ ਵੱਡੀ ਘਟਨਾ ਇਹ ਸੀ, ਕਿਉਂਕਿ ਨਿਹੱਥੇ ਕਿਸਾਨਾਂ ਦੇ ਉੱਪਰ ਗੱਡੀ ਚੜਾ ਦਿੱਤੀ ਜਾਂਦੀ ਹੈ, ਫਿਰ ਫਾਇਰਿੰਗ ਕੀਤੀ ਜਾਂਦੀ ਹੈ, ਫਿਰ ਕਿੰਨੇ ਸ਼ਹਾਦਤ ਹੁੰਦੀ ਹੈ ਕਿਸਾਨਾਂ ਦੀ। ਪਰ ਜਿਨ੍ਹਾਂ ਦੇ ਜੀ ਚਲੇ ਗਏ ਉਹ ਜੀ ਵਾਪਸ ਨਹੀਂ ਆਉਣਗੇ। ਪਰ ਲਾਹਣਤਾਂ ਪੈ ਰਹੀਆਂ ਨੇ ਉਸ ਮੰਤਰੀ ਨੂੰ, ਮੰਤਰੀ ਦੇ ਬੇਟੇ ਨੂੰ ਵੀ। ਕਿਰਕਰੀ ਯੋਗੀ ਆਦਿੱਤਿਆਨਾਥ ਹੋਣਾ ਦੀ ਸਰਕਾਰ ਦੀ ਵੱਡੇ ਪੱਧਰ ਤੇ ਹੋ ਰਹੀ ਹੈ। 45 ਲੱਖ ਮੁਆਵਜ਼ਾ ਦੇ ਕੇ ਇਸ ਧਰਨੇ ਨੂੰ ਬੇਸ਼ੱਕ ਇੱਥੋਂ ਖਤਮ ਕਰਵਾ ਦਿੱਤਾ ਗਿਆ, ਪਰ ਜਿਹੜੀ ਟੀਸ ਹੈ ਉਹ ਲੋਕਾਂ ਦੇ ਮਨਾਂ ਦੇ ਵਿੱਚ ਘਰ ਗਈ ਹੈ, ਕਿਉਂਕਿ ਇਹ ਲੋਕ ਇਸ ਘਟਨਾ ਨੂੰ ਯਾਦ ਰੱਖਣਗੇ, ਕਿਉਂਕਿ ਸ਼ਾਂਤੀਪੂਰਨ ਤਰੀਕੇ ਨਾਲ ਪ੍ਰੋਟੈਸਟ ਚੱਲ ਰਿਹਾ ਸੀ, ਕਾਲੇ ਝੰਡੇ ਦਿਖਾਉਣੇ ਸੀ। ਔਰ ਦੂਜੇ ਬੰਨੇ ਜਿਹੜਾ ਹੈਲੀਪੈਡ ਸੀ ਉੱਥੇ ਕਿਸਾਨਾਂ ਨੇ ਉੱਤਰ ਨਹੀਂ ਦਿੱਤਾ ਗਿਆ, ਕਿਸਾਨ ਕਹਿੰਦੇ ਕਿ ਅਸੀਂ ਉੱਤਰ ਨਹੀਂ ਦੇਵਾਂਗੇ। ਪਰ ਇਹ ਜਿਹੜੀ ਸਾਰੀ ਘਟਨਾ ਵਾਪਰੀ, ਯੂਪੀ ਸਮੇਤ ਪੂਰੇ ਦੇਸ਼ ਦੇ ਵਿੱਚ ਰੋਸ਼ ਦੀ ਲਹਿਰ ਆ, ਕਿਸਾਨਾਂ ਦੇ ਵਿੱਚ ਗੁੱਸਾ, ਪੂਰੇ ਯੂਪੀ ਦੇ ਵਿੱਚ, ਪੂਰੇ ਉੱਤਰ ਪ੍ਰਦੇਸ਼ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ। ਦੇਖਣਾ ਹੋਏਗਾ ਸੇਵਾਵਾਂ ਇੰਟਰਨੈਟ ਦੀਆਂ ਕਦੋਂ ਬਹਾਲ ਹੁੰਦੀਆਂ, ਪਰ ਲੋਕਾਂ ਦੇ ਵਿੱਚ ਗੁੱਸਾ ਹੈ। ਲੋਕ ਕਹਿੰਦੇ ਆ ਕਿ ਮੋਦੀ ਸਾਹਿਬ ਹੁਣ ਖੇਤੀਬਾੜੀ ਕਾਨੂੰਨ ਰੱਦ ਕਰ ਦਿਓ ਤਾਂ ਕਿ ਅਸੀਂ ਆਪਣਾ ਗੁੱਸਾ ਜਿਹੜਾ ਛੱਡੀਏ ਤੇ ਖੇਤੀਬਾੜੀ ਕਾਨੂੰਨ ਰੱਦ ਹੋ ਜਾਣ ਤਾਂ ਕਿਸਾਨਾਂ ਦਾ ਅੰਦੋਲਨ ਵੀ ਖਤਮ ਹੋ ਜਾਵੇ। ਪਰ ਅੱਜ ਜਿਹੜੀ ਇਹ ਘਟਨਾ ਵਾਪਰੀ ਹੈ ਇਸਨੇ ਦੁਹਰਾਇਆ, ਕਿਉਂਕਿ ਖਾਸ ਤੌਰ ਤੇ ਨਿਊਜ਼ਪੇਪਰਸ ਨੇ ਵੀ ਇਹ ਚੀਜ਼ ਛਾਪੀ ਹੈ ਕਿ ਇਤਿਹਾਸ ਕੀ ਰਿਹਾ ਹੈ। ਜੋ ਮੰਤਰੀ ਹੈ ਉਸਦੇ ਇਤਿਹਾਸ ਨੂੰ ਲੈ ਕੇ ਖਾਸ ਤੌਰ ਤੇ ਛਾਪਿਆ ਕਿ 1990 ਦੇ ਵਿੱਚ ਵੀ ਇਸ ਮੰਤਰੀ ਦੇ ਉੱਪਰ ਮੁਕੱਦਮੇ ਦਰਜ ਹੋਏ ਸੀ। 1996 ਦੇ ਵਿੱਚ ਜਿਹੜੀ ਕੋਤਵਾਲੀ ਤਿਕੋਨੀਆਂ ਦੇ ਵਿੱਚ ਹਿਸਟਰੀ ਸ਼ੀਟ ਖੋਲੀ ਗਈ ਸੀ ਇਸ ਮੰਤਰੀ ਦੀ, ਹਿਸਟਰੀ ਸ਼ੀਟਰ ਦਾ ਮੁੰਡਾ, ਹਿਸਟਰੀ ਸ਼ੀਟਰ ਨੂੰ ਜਿਸ ਨੂੰ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਯੋਗੀ ਆਦਿੱਤਿਆਨਾਥ ਹੋਣਾ ਨੇ ਵੱਡਾ ਅਹੁਦਾ ਦਿੱਤਾ। ਔਰ ਇਸ ਦੇ ਨਾਲ ਹੀ ਜੋ ਉਸਦਾ ਮੁੰਡਾ ਆਸ਼ੀਸ਼ ਮਿਸ਼ਰਾ ਉਹ ਵੀ ਤਿਆਰੀ ਕਰ ਰਿਹਾ ਸੀ ਇੱਥੋਂ ਇਲੈਕਸ਼ਨ ਲੜਨ ਦੀ, ਪਰ ਅਨਹੋਣੀ ਘਟਨਾ ਹੋਈ ਹੈ। ਦੇਖਣਾ ਹੋਏਗਾ ਅੱਗੇ ਕੀ ਹੁੰਦਾ, ਪਰ ਇਸ ਪੂਰੀ ਘਟਨਾ ਨੇ ਲੋਕਾਂ ਦੇ ਵਿੱਚ ਗੁੱਸਾ ਜ਼ਰੂਰ ਭਰ ਦਿੱਤਾ। ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ,